ਚੰਡੀਗੜ੍ਹ ਦਾ ਇੱਕ ਸੈਕਟਰ ਹੈਗਾ ਸੈਕਟਰ 17 ਮੇਨ ਸੈਕਟਰ ਹੈ ਸ਼ਾਪਿੰਗ ਕੰਪਲੈਕਸ ਹੈਗਾ ਉੱਥੇ। ਔਰ ਜਿਹੜਾ ਵੀ ਬੰਦਾ ਚੰਡੀਗੜ੍ਹ ਆਂਦਾ ਹੈ ਉਹ ਲਾਜ਼ਮੀ ਸੈਕਟਰ 17 ਘੁੰਮਣ ਜ਼ਰੂਰ ਜਾਂਦਾ ਹੈ। ਔਰ ਅਸੀਂ ਦੱਸ ਦਈਏ ਸੈਕਟਰ 17 ਵਿੱਚ ਇੱਕ ਪੁਲਿਸ ਸਟੇਸ਼ਨ ਵੀ ਹੈਗਾ, ਉਹਦਾ ਨਾਂ ਜਿਹੜਾ ਹੈਗਾ ਸੈਕਟਰ 17 ਪੁਲਿਸ ਸਟੇਸ਼ਨ ਹੈਗਾ। ਔਰ 1991 ਵਿੱਚ ਇਸੀ ਪੁਲਿਸ ਸਟੇਸ਼ਨ ਵਿੱਚ ਪੰਜਾਬ ਦੇ ਇੱਕ ਆਈਐਸ ਆਫਿਸਰ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦਾ ਮਰਡਰ ਹੁੰਦਾ ਹੈ। ਪੁਲਿਸ ਕਸਟਡੀ ਵਿੱਚ ਜਿਹੜਾ ਹੈ ਇਹ ਮਰਡਰ ਹੁੰਦਾ ਹੈ। ਪਰ ਤੁਹਾਨੂੰ ਦੱਸ ਦਈਏ ਵੀ 2091 ਦੇ ਮਾਮਲੇ ਦੀ ਮੈਂ ਗੱਲ ਕਰ ਰਿਹਾ ਔਰ ਅੱਜ 2024 ਚੱਲ ਰਿਹਾ। ਔਰ ਤੁਸੀਂ ਦੇਖੋ 32 ਸਾਲ ਬਾਅਦ ਵੀ ਇਸ ਮਾਮਲੇ ਵਿੱਚ ਹਾਲੇ ਕੋਈ ਇਨਸਾਫ ਨਹੀਂ ਮਿਲਿਆ। ਕਿਸੇ ਪੁਲਿਸ ਅਫਸਰ ਨੂੰ ਪੁਲਿਸ ਕਸਟਡੀ ਵਿੱਚ ਮਰਡਰ ਹੁੰਦਾ, ਇਹ ਥਾਣੇ ਦੇ ਵਿੱਚ ਮਰਡਰ ਹੁੰਦਾ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਕਿਸੇ ਪੁਲਿਸ ਅਫਸਰ ਨੂੰ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ। ਅੱਜ ਵੀ ਇਹ ਮਾਮਲਾ ਜਿਹੜਾ ਕਾਗਜ਼ਾਂ 'ਚ ਉਲਝਿਆ ਹੋਇਆ, ਕੋਰਟ ਵਿੱਚ ਉਲਝਿਆ ਹੋਇਆ। ਹਾਲਾਂਕਿ ਇਸ ਮਾਮਲੇ ਵਿੱਚ 2008 ਵਿੱਚ ਸੀਬੀਆਈ ਨੇ ਇੱਕ FIR ਦਰਜ ਕੀਤੀ ਸੀਗੀ, ਪਰ ਉਹ FIR ਜਿਹੜੀ ਆ ਉਹ ਕ੍ਰੈਸ਼ਿੰਗ ਹੋ ਗਈ ਹਾਈ ਕੋਰਟ ਤੋਂ। ਉਸ ਤੋਂ ਬਾਅਦ 2020 ਚ ਪੰਜਾਬ ਪੁਲਿਸ ਨੇ ਇੱਕ ਹੋਰ ਇਸੀ ਮਾਮਲੇ 'ਚ ਇੱਕ ਹੋਰ FIR ਦਰਜ ਕੀਤੀ, ਜਿਸ ਨੂੰ ਕੁਐਸ਼ ਕਰਨ ਲਈ ਜਿਹੜੇ ਪੰਜਾਬ ਪੁਲਿਸ ਦੇ ਸਾਬਕਾ DGP ਸੀ ਸੁਮੇਧ ਸਿੰਘ ਸੈਣੀ, ਉਹ ਪਹਿਲਾਂ ਹਾਈ ਕੋਰਟ ਗਏ। ਹਾਈ ਕੋਰਟ ਤੋਂ ਉਹਨਾਂ ਨੂੰ ਜਦੋਂ ਸਫਲਤਾ ਨਹੀਂ ਮਿਲੀ, ਉਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਤੋਂ ਵੀ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਹੁਣ ਦੁਬਾਰਾ ਫਿਰ ਉਹਨਾਂ ਨੇ ਇਸੀ ਮਾਮਲੇ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ, ਜਿਸ ਕਰਕੇ ਇਹ ਲੱਗਦਾ ਹੈ ਕਿ ਇਹ ਮਾਮਲਾ ਲਗਾਤਾਰ ਹਾਲੇ ਵੀ 32 ਸਾਲ ਬਾਅਦ ਹਾਲੇ ਵੀ ਜਿਹੜਾ ਅਦਾਲਤਾਂ ਦੇ ਜਿਹੜੇ ਚੱਕਰਾਂ ਵਿੱਚ ਉਲਝਿਆ ਹੋਇਆ। ਔਰ ਇਸ ਮਾਮਲੇ ਵਿੱਚ ਇਨਸਾਫ ਦੀ ਜਿਹੜੀ ਉਮੀਦ ਹੈ ਉਹ ਲਗਾਤਾਰ ਘਟੀ ਹੋਈ ਆ। ਸਾਡੇ ਨਾਲ ਪ੍ਰਦੀਪ ਵਿਰਕ ਜੀ ਹੈ। ਪ੍ਰਦੀਪ ਵਿਰਕ ਬਲਵੰਤ ਸਿੰਘ ਮੁਲਤਾਨੀ ਜਿਹੜੇ ਸੀਗੇ ਜਿਨ੍ਹਾਂ ਦਾ ਮਰਡਰ ਹੋਇਆ, ਉਹਨਾਂ ਦੇ ਬ੍ਰਦਰ ਦੇ ਵਕੀਲ ਹੈਗੇ ਨੇ। ਬ੍ਰਦਰ ਵੱਲੋਂ, ਕਿਉਂਕਿ ਬ੍ਰਦਰ ਜਿਹੜੇ ਆ ਬਲਵੰਤ ਸਿੰਘ ਮੁਲਤਾਨੀ ਦੇ, ਉਹ ਇਸ ਮਾਮਲੇ 'ਚ ਕੰਪਲੇਂਟਰ ਹੈਗੇ ਆ, ਉਹਨਾਂ ਵੱਲੋਂ ਪੇਸ਼ ਹੋ ਰਹੇ ਨੇ। ਸਰ, ਇਹ ਮਾਮਲਾ ਹੁਣ ਦੁਬਾਰਾ ਫਿਰ ਪੰਜਾਬ ਅਤੇ ਹਾਈ ਕੋਰਟ ਪਹੁੰਚ ਗਿਆ, ਜਦ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੇ ਵੀ ਸੁਮੇਧ ਸਿੰਘ ਸੈਣੀ ਸਾਹਿਬ ਦੀ ਜਿਹੜੀ ਕੰਪਲੇਂਟ ਸੀਗੀ, ਜਿਹੜੀ ਉਹਨਾਂ ਦੀ ਇੱਕ ਐਪਲੀਕੇਸ਼ਨ ਸੀਗੀ ਉਹ ਕੁਐਸ਼ਿੰਗ ਦੀ, ਉਹ ਰਿਜੈਕਟ ਕਰਤੀ। ਫਿਰ ਉਹ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਵੀ ਰਿਜੈਕਟ ਕਰਤੀ। ਹੁਣ ਉਹਨਾਂ ਨੇ ਦੁਬਾਰਾ ਫਿਰ ਇਹ ਕਿਸ ਗਰਾਊਂਡ 'ਤੇ ਮੈਂ ਦੁਬਾਰਾ ਜਿਹੜੀ ਆ ਜਿਹੜੀ ਕੁਐਸ਼ਿੰਗ ਹੈ ਅਪਲਾਈ ਕੀਤੀ ਗਈ ਹੈ? ਸਰ, ਗੱਲ ਇਹ ਸੀ ਕਿ ਜਦੋਂ ਕੁਐਸ਼ਨ ਪਟੀਸ਼ਨ ਡਿਸਮਿਸ ਹੋ ਗਈ ਸੀ, ਉਸ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਨਵੈਸਟੀਗੇਸ਼ਨ ਦੇ ਜਿਹੜੇ ਸਵਾਲ ਉਠਾਏ ਸੀ, ਸੋ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਪਰਮਿਸ਼ਨ ਦਿੱਤੀ ਸੀ ਕਿ ਇਨਵੈਸਟੀਗੇਸ਼ਨ ਨੂੰ ਦੁਬਾਰਾ ਚੈਲੰਜ ਕਰ ਲਓ ਜੀ। ਔਰ ਕੇਸ ਜਿਹੜਾ ਸੀ ਉਹਦੇ ਉੱਤੇ, ਕਿਉਂਕਿ ਉਦੋਂ ਦਾ ਸਟੇ ਚੱਲ ਰਿਹਾ ਸੀ ਜਦੋਂ ਦਾ ਆਨਰੇਬਲ ਸੁਪਰੀਮ ਕੋਰਟ ਸੀ, ਸੋ ਉਹ ਕੇਸ ਡਿਸਮਿਸ ਕਰਨ ਕਰਕੇ ਉਹ ਕੇਸ ਹੁਣ ਚੱਲ ਪਿਆ ਹੈ। ਔਰ ਉਹਦੇ ਵਿੱਚ ਹੁਣ ਜਿਹੜੀ ਲਿਬਰਟੀ ਦਿੱਤੀ ਸੀ ਕਿ ਇਨਵੈਸਟੀਗੇਸ਼ਨ ਨੂੰ ਚੈਲੰਜ ਕਰ ਸਕਦੇ ਹੋ, ਉਹ ਸੁਮੇਧ ਸੈਣੀ ਨੇ ਚੈਲੰਜ ਕੀਤੀ ਹੈ ਆਨਰੇਬਲ ਹਾਈ ਕੋਰਟ ਦੇ ਵਿੱਚ। ਔਰ ਉਹਦੇ ਵਿੱਚ 25/11 ਅਗਲੀ ਡੇਟ ਹੈ। ਸੋ ਉਹਦੇ ਵਿੱਚ ਸਿੰਪਲ ਨੋਟਿਸ ਹੋਇਆ, ਕੋਈ ਪ੍ਰੋਸੀਡਿੰਗ ਸਟੇ ਨਹੀਂ ਹੋਈ। ਉਹਦੇ ਵਿੱਚ ਸੈਣੀ ਨੇ ਪਰਸਨਲ ਅਪੀਅਰੈਂਸ ਤੋਂ ਐਗਜ਼ੈਂਪਸ਼ਨ ਮੰਗੀ ਸੀ ਔਨ ਦਿਸ ਕੰਡੀਸ਼ਨ ਕਿ ਉਹਦੇ ਲਾਇਰ ਦੇ ਥਰੂ ਉਹਨੂੰ ਪੇਸ਼ ਹੋਣ ਦਿੱਤਾ ਜਾਵੇ, ਔਰ ਕੋਈ ਵੀ ਕੱਲ੍ਹ ਨੂੰ ਉਸ ਚੀਜ਼ ਦਾ ਬੈਨੀਫਿਟ ਨਹੀਂ ਲਊਗਾ। ਜਿਹੜੀ ਚੀਜ਼ ਇੱਕ ਜਾਣਾ ਕਹਿੰਦਾ ਹੈ ਕਿ ਮੈਂ ਜੇ ਪੇਸ਼ ਨਹੀਂ ਹੋਇਆ ਤਾਂ ਮੇਰੀ ਐਬਸੈਂਸ ਦੇ ਵਿੱਚ ਆ ਪ੍ਰੋਸੀਡਿੰਗ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਉਹੋ ਜਿਹੀ ਚੀਜ਼ ਕਰਦਾ ਹੈ ਤੇ ਥਰੂ ਕਾਊਂਸਲ ਪੇਸ਼ ਨਹੀਂ ਹੋ ਸਕਦਾ। ਸੋ ਉਹ ਅੰਡਰਟੇਕਿੰਗ ਦੇਖ ਕੇ ਥੱਲੜੀ ਕੋਰਟ ਤੋਂ ਉਹਨੇ ਐਗਜ਼ੈਂਪਸ਼ਨ ਲਈ ਹੈ, ਔਰ ਉਸ ਗਰਾਊਂਡ 'ਤੇ ਹਾਈ ਕੋਰਟ ਦੇ ਵਿੱਚ ਉਹਦੀ ਕੁਐਸ਼ਿੰਗ ਪੈਂਡਿੰਗ ਹੈ, ਔਰ ਥੱਲੇ ਹੁਣ ਕੇਸ ਚੱਲਣਾ ਸ਼ੁਰੂ ਹੋਇਆ। ਸੋ ਉਹਨੂੰ ਲੱਗਦਾ ਸਰ, ਮਤਲਬ ਕਿ ਹੁਣ 33 ਸਾਲ ਹੋ ਗਏ, 33 ਸਾਲ ਬਾਅਦ ਹੁਣ ਫਿਰ ਇਹ ਮਾਮਲਾ ਦੁਬਾਰਾ ਫਿਰ ਹਾਈ ਕੋਰਟ 'ਚ ਪਹੁੰਚ ਗਿਆ। ਸੋ ਲੱਗਦਾ ਇਹ ਮਾਮਲਾ ਕਿਤੇ ਸਿਰੇ ਚੜ੍ਹੇਗਾ, ਕਿਉਂਕਿ ਹਾਲਾਂਕਿ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਹਾਲੇ ਹਾਈ ਕੋਰਟ ਨੇ ਸਿਰਫ ਨੋਟਿਸ ਇਸ਼ੂ ਕੀਤਾ, ਪਰ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਚੱਲੇਗਾ ਜਾਂ ਆਪਣੇ ਅੰਜਾਮ ਤੱਕ ਕਿਤੇ ਪਹੁੰਚੇਗਾ? ਸਰ, ਇੱਕ ਬੜੀ ਸਿੰਪਲ ਜੀ ਗੱਲ ਹੈ ਜੀ। ਅੱਜ ਸੈਣੀ ਨੂੰ ਕੋਰਟ ਦੇ ਵਿੱਚ ਚਲਾਨ ਦੀਆਂ ਕਾਪੀਜ਼ ਸਰਵ ਹੋਈਆਂ ਜੀ, ਠੀਕ ਹੈ। ਉਸੇ ਚਲਾਨ ਦੀਆਂ ਜਿਹੜੀ ਕਿ ਉਹਨਾਂ ਨੇ ਪਹਿਲੇ ਆਲਰੇਡੀ ਆਪਣੀ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਵਿੱਚ ਕੁਐਸ਼ਿੰਗ, ਉਸ ਵਿੱਚ ਉਸ ਦੀ ਚਲਾਨ ਦੀ ਕਾਪੀ ਉਹਨਾਂ ਨੇ ਲਗਾਈ ਹੋਈ ਹੈ। ਉਹ ਕੀ ਹੁੰਦਾ ਹੈ ਨਾ, ਇਸ ਕੇਸ ਦੇ ਵਿੱਚ ਕਿਉਂਕਿ ਪਲੇਸ ਔਨ ਰਿਕਾਰਡ ਕੀਤਾ ਸੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਚਲਾਨ, ਜੀ, ਸੋ ਸੈਣੀ ਨੂੰ ਉਹਦੀ ਕਾਪੀ ਉੱਥੇ ਮਿਲ ਚੁੱਕੀ ਸੀ ਜੀ। ਲੇਕਿਨ ਸੈਕਸ਼ਨ 207 CRPC ਦੇ ਅੰਡਰ ਫ੍ਰੀ ਆਫ ਕਾਸਟ ਕਾਪੀ ਪ੍ਰੋਵਾਈਡ ਕਰਨੀ ਹੁੰਦੀ ਹੈ ਅਕਿਊਜ਼ ਨੂੰ। ਸੋ ਸੈਣੀ ਉਸ ਚੀਜ਼ ਦਾ ਬੈਨੀਫਿਟ ਕਲੇਮ ਕਰ ਰਿਹਾ ਸੀ ਕਿ ਜੀ ਮੈਨੂੰ ਤਾਂ ਕਾਪੀ ਸਪਲਾਈ ਨਹੀਂ ਹੋਈ, ਸੋ ਉਹਦੀ ਕੰਪਲਾਇੰਸ ਹੋਣੀ ਸੀ ਸੈਕਸ਼ਨ ਦੀ, ਆਨਰੇਬਲ ਕੋਰਟ ਨੇ ਅੱਜ ਕਰਤੀ ਜੀ। ਸੋ ਇਹਨੂੰ ਕਾਪੀ ਸਪਲਾਈ ਹੋ ਗਈ। ਦੂਜੀ ਗੱਲ ਕੀ ਹੁੰਦਾ, ਜਦੋਂ ਵੀ ਤੁਸੀਂ ਕਿਸੇ ਕੇਸ ਨੂੰ ਲਓ,
ਹੁਣ ਇਹੋ ਜਿਹੇ ਕੇਸ ਹੈ, ਸੈਣੀ ਇੱਕ ਪਾਵਰਫੁਲ ਪੋਸਟ ਤੇ ਬੈਠਾ। ਬਿਲਕੁਲ ਬਿਲਕੁਲ। ਜੇ ਅਸੀਂ 91 ਚ ਲਈਏ, ਸੈਣੀ ਤੇ ਕਿਹੜੇ ਕੇਸ ਸੀ? ਕੋਈ ਵੀ ਕੇਸ ਨਹੀਂ। 94 ਦੇ ਵਿੱਚ ਉਹਦੇ ਤੇ ਇੱਕ ਕੇਸ ਸ਼ੁਰੂ ਹੁੰਦਾ ਹੈ। ਉਹ ਕਿਹੜਾ ਕੇਸ ਸੀਗਾ ਜਿਹੜਾ 94 ਚ? ਜਿਹੜਾ ਸੀਬੀਆਈ ਕੋਲ ਗਿਆ ਸੀ 95 ਦੇ ਵਿੱਚ ਪ੍ਰੈਕਟੀਕਲੀ ਸ਼ੁਰੂ ਹੋਇਆ। 95 ਤੋਂ ਵੀ ਜਦੋਂ ਜਿਹੜਾ ਦਿੱਲੀ ਟ੍ਰਾਂਸਫਰ ਹੋਇਆ ਸੈਣੀ ਮੋਟਰਸ ਲੁਧਿਆਣਾ ਵਾਲਾ ਜੀ, ਉਹ ਕੇਸ ਤੋਂ ਬਾਅਦ ਸੈਣੀ ਤੇ ਕਦੇ ਕੋਈ ਕੇਸ ਹੀ ਨਹੀਂ ਸ਼ੁਰੂ ਹੋ ਸਕਿਆ। ਇਹ ਇੰਨਾ ਮੈਨੀਪੂਲੇਟ ਕਰਦਾ ਰਿਹਾ 2008 ਦੇ ਵਿੱਚ। ਉਸ ਚ ਵੀ ਮੇਰੇ ਖਿਆਲ ਕੁਝ ਨਹੀਂ ਹੋਇਆ ਹਾਲੇ ਵੀ, ਉਹ ਮੇਰੇ ਖਿਆਲ ਸ਼ਾਇਦ ਦੀ ਡਿਟੇਲ ਨਹੀਂ ਮੈਨੂੰ ਆਈਡੀਆ ਉਹਦੇ ਵਿੱਚ, ਬਟ ਇੱਥੇ ਜੋ ਡਿਟੇਲ ਹੈ ਇਸ ਕੇਸ ਦੀ, ਇਹਦੇ ਵਿੱਚ ਇੱਕ ਬੜਾ ਸਿੰਪਲ ਜਿਹੀ ਚੀਜ਼ ਸੀ ਕਿ 2008 ਦੇ ਵਿੱਚ ਸੀਬੀਆਈ ਨੇ ਇਨਵੈਸਟੀਗੇਸ਼ਨ 9 ਮਹੀਨੇ ਦੀ ਪ੍ਰੀਲਿਮਿਨਰੀ ਇਨਕੁਆਇਰੀ ਇਹਨਾਂ ਨੂੰ ਦਿੱਤੀ ਗਈ ਸੀ ਇਨ ਅਕਤੂਬਰ 2007 ਬਾਈ ਦੀ ਆਨਰੇਬਲ ਹਾਈ ਕੋਰਟ। ਉਹਦੇ ਤੋਂ ਮੁਲਤਾਨੀ ਵਾਲੇ ਕੇਸ ਦੇ ਵਿੱਚ 2008 ਜੁਲਾਈ 2008 ਦੇ ਵਿੱਚ FIR ਰਜਿਸਟਰ ਕੀਤੀ, ਜਿਹਨੂੰ RC ਕਹਿੰਦੇ ਰੈਗੂਲਰ ਕੇਸ, ਸੀਬੀਆਈ ਨੇ, ਜਿਹੜੀ ਇੱਕ ਟੈਕਨੀਕਲ ਗਰਾਊਂਡ ਤੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਕੁਆਸ਼ ਹੋਈ। ਔਰ ਉਹ ਇਸ ਗਰਾਊਂਡ ਤੇ ਹੋਈ ਕਿ ਸੈਣੀ ਨੂੰ ਨੋਟਿਸ ਨਹੀਂ ਹੋਇਆ ਸੀ, ਉਹ ਪਾਰਟੀ ਨਹੀਂ ਸੀ, ਸੋ ਇਹਦੀ ਐਬਸੈਂਸ ਦੇ ਵਿੱਚ ਇਹਦੇ ਖਿਲਾਫ ਇੱਕ ਐਡਵਰਸ ਆਰਡਰ ਪਾਸ ਕਰਨਾ ਗਲਤ ਸੀ। ਉਸ ਗਰਾਊਂਡ ਤੇ ਔਰ ਇੱਕ ਦੋ ਹੋਰ ਟੈਕਨੀਕਲ ਗਰਾਊਂਡਸ ਦੇ ਉੱਤੇ, ਨਾਟ ਔਨ ਲਾਅ ਪੁਆਇੰਟਸ ਐਸ ਸੱਚ, ਉਹ ਇਹਦੇ ਫੇਵਰ ਦੇ ਵਿੱਚ ਗਈ, ਜਿਸ ਤੇ ਉਹਨਾਂ ਨੇ ਇੱਕ ਲਿਬਰਟੀ ਦਿੱਤੀ ਕਿ ਜਿਹੜੀ ਐਗਰੀਵਡ ਪਾਰਟੀ ਹੈ, ਜਿਹੜੇ ਪਟੀਸ਼ਨਰਸ ਨੇ, ਉਹ ਪਟੀਸ਼ਨਰ ਦੁਬਾਰਾ ਕੰਪਲੇਂਟ ਦੇ ਕੇ ਪ੍ਰੋਸੈਸ ਆਫ ਲਾਅ ਸ਼ੁਰੂ ਕਰ ਸਕਦੇ ਆ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਸੈਣੀ ਡੀਜੀਪੀ ਬਣ ਗਿਆ, ਨਵੰਬਰ 2011 ਚ ਜਜਮੈਂਟ ਆਈ। 3 ਮਹੀਨੇ ਬਾਅਦ ਸੈਣੀ ਡੀਜੀਪੀ ਸੀ ਪੰਜਾਬ ਦਾ। ਹੁਣ ਦੇਖੋ ਤੁਸੀਂ, ਕਿਉਂਕਿ ਮੈਨੂੰ ਪੁੱਛਿਆ ਇਹ ਹੈ ਕਿ ਮੈਨੂੰ ਕੀ ਲੱਗਦਾ ਹੈ, ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸਰਕਾਰ ਨੇ ਸੈਣੀ ਨੂੰ ਡੀਜੀ ਲਾਇਆ, ਜਿਸ ਕਰਕੇ ਉਹਨੇ ਇਸ ਫੈਮਿਲੀ ਨੂੰ ਇੰਨਾ ਡਰਾ ਲਿਆ ਕਿ ਅੱਗੇ ਨਹੀਂ ਆ ਸਕੇ ਕੰਪਲੇਂਟ ਦੇਣ ਲਈ। ਓਕੇ, ਇਹ ਵੀ ਹੋਇਆ। ਓਬਵੀਅਸਲੀ ਅਗਲਾ ਡਰਦਾ ਹੀ ਹੈ ਕਿ ਸਰਕਾਰ ਦੀ ਸਪੋਰਟ ਹੈ ਜੀ, ਉਹ ਬੰਦੇ ਕਿਵੇਂ ਅੱਗੇ ਆਉਣਗੇ? ਜਿਹੜੇ ਬੰਦੇ ਦੇ ਖਿਲਾਫ ਮਰਡਰ ਕੇਸ ਰਜਿਸਟਰ ਹੋਣਾ ਚਾਹੀਦਾ, ਉਹਨੂੰ ਸਰਕਾਰ ਨੇ ਡੀਜੀਪੀ ਲਾਤਾ ਜੀ, ਤੇ ਉਸ ਤੋਂ ਬਾਅਦ ਤੁਸੀਂ ਕਿਵੇਂ ਇਹ ਐਕਸਪੈਕਟ ਕਰੋਗੇ ਕਿ ਬੰਦਾ ਕਹੂਗਾ ਨਹੀਂ ਨਹੀਂ ਇਹਨੂੰ ਕੋਈ ਪੋਲੀਟੀਕਲ ਬੈਕਿੰਗ ਨਹੀਂ ਹੈ ਤੇ ਮੈਂ ਬਿਲਕੁਲ ਇਹਦੇ ਖਿਲਾਫ ਆਵਾਂਗਾ ਤੇ ਸਰਕਾਰ ਇਨਸਾਫ ਕਰੂਗੀ? ਓਬਵੀਅਸਲੀ ਸਰਕਾਰ ਦੇ ਵਿੱਚ ਫੇਥ ਖਤਮ ਹੋ ਜਾਂਦਾ ਜੀ। ਉਸੇ ਸਰਕਾਰ ਨੂੰ ਇਹਨੂੰ ਡੀਜੀਪੀ ਤੋਂ ਹਟਾਉਣਾ ਪਿਆ। ਬਿਲਕੁਲ ਉਸੇ ਸਰਕਾਰ ਦੇ ਅੰਡਰ ਕੋਟਕਪੂਰਾ ਔਰ ਬਹਿਬਲ ਕਲਾਂ ਗੋਲੀकांड ਹੋਏ, ਜਿਹਦੇ ਵਿੱਚ ਇਨੋਸੈਂਟ ਪਬਲਿਕ ਤੇ ਸੈਣੀ ਨੇ ਗੋਲੀਆਂ ਚਲਾਈਆਂ। ਪਹਿਲੇ ਉਹ ਵੀ ਪੈਂਡਿੰਗ ਹੈ, ਉਹ ਵੀ ਚੱਲ ਰਿਹਾ ਲੱਗ ਤੋਂ। ਪਹਿਲਾਂ ਐਲੀਗੇਸ਼ਨਸ ਦੇਖੋ ਕੀ ਹੈ, ਇਨੋਸੈਂਟ ਲੋਕਾਂ ਨੂੰ ਪਰਸਨਲ ਦੁਸ਼ਮਣੀ ਕਰਕੇ ਮਾਰਿਆ ਜੀ। ਦੂਜੇ ਕੇਸ 'ਚ ਵੀ ਆਹੀ ਆਇਆ। ਹੁਣ ਇੱਥੇ ਇਨੋਸੈਂਟ ਪਬਲਿਕ, ਪਾਠ ਕਰਦੀ ਪਬਲਿਕ ਤੇ ਗੋਲੀਆਂ ਚਲਾਤੀਆਂ। ਜਿਹੜੀ ਸਰਕਾਰ ਨੇ ਉਹਨੂੰ ਡੀਜੀ ਬਣਾਇਆ ਸੀ, ਉਸੇ ਸਰਕਾਰ ਨੂੰ ਉਹਨੂੰ ਮਿਡ ਟਰਮ ਹਟਾਉਣਾ ਪਿਆ। ਬਿਲਕੁਲ। ਸੋ ਜੇ ਅਸੀਂ ਰੱਬ ਦਾ ਇੱਕ ਇਨਸਾਫ ਕਰਨ ਦਾ ਤਰੀਕਾ ਦੇਖੀਏ ਨਾ, ਤੇ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਜੀ। ਸੈਣੀ ਭੁੱਲ ਗਿਆ ਸੀ ਕਿ ਰੱਬ ਹੈ ਜੀ, ਆਪ ਉਹ ਰੱਬ ਨਹੀਂ ਹੈ, ਉਹ ਇਨਸਾਨ ਹੈ, ਬਲਕਿ ਮੈਂ ਹੈਵਾਨ ਕਹਿਣਾ ਉਹਨੂੰ, ਜਿਹੋ ਜਿਹੀ ਹਰਕਤਾਂ ਕਰਦਾ ਹੈ। ਪਰ ਰੱਬ ਨੇ ਫਿਰ ਆਪਦੀ ਲਾਠੀ ਵੀ ਚਲਾ ਲਈ, ਔਰ ਦੇਖੋ ਹੁਣ ਕੀ ਅਸਰ ਹੋਇਆ। ਅੱਜ ਸੈਣੀ ਦੇ ਉੱਤੇ 2 ਵਿਜੀਲੈਂਸ ਦੇ ਕੇਸਿਸ ਰਜਿਸਟਰਡ ਹੈ। ਇਸ ਆਨਰੇਬਲ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਹੈ, ਉਹਦੇ ਵਿੱਚ 6 ਕੇਸ ਮੈਂਸ਼ਨਡ ਹੈ। ਬਹਿਬਲ ਕਲਾਂ ਦਾ ਵੀ ਮੈਂਸ਼ਨਡ ਹੈ, ਕੋਟਕਪੂਰਾ ਵਾਲਾ ਵੀ ਹੈ, ਦਿੱਲੀ ਵਾਲਾ ਵੀ ਹੈ, ਪ੍ਰੈਜ਼ੈਂਟ ਕੇਸ ਵੀ ਹੈ। ਸੋ FIR 130 ਚ ਵੀ ਅਕਿਊਜ਼ਡ ਹੈ, 192 ਚ ਵੀ ਅਕਿਊਜ਼ਡ ਹੈ, 129 ਚ ਵੀ ਹੈ। ਇਹ ਸਾਰੇ ਗੋਲੀकांड ਤੋਂ ਰਿਲੇਟਡ ਕੇਸਿਸ ਨੇ ਜੀ। ਉਸ ਤੋਂ ਇਲਾਵਾ FIR 11 ਔਰ 13 ਵਿਜੀਲੈਂਸ ਦੀਆਂ 2 FIRs ਹੈ, ਉਹਨਾਂ 'ਚ ਵੀ ਅਕਿਊਜ਼ਡ ਹੈ। ਉਸ ਤੋਂ ਇਲਾਵਾ ਦਿੱਲੀ ਟ੍ਰਾਇਲ ਚੱਲ ਰਹੀ ਹੈ, ਔਰ ਹੁਣ ਮੁਲਤਾਨੀ ਕੇਸ 'ਚ ਵੀ ਅਕਿਊਜ਼ਡ ਹੈ। ਸੋ ਮੈਨੂੰ ਦੱਸੋ, ਅਸੀਂ ਕਿਸ ਤਰ੍ਹਾਂ ਉਮੀਦ ਨਾ ਰੱਖੀਏ ਕਿ ਜਿਹੜੇ ਬੰਦੇ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕ ਰਿਹਾ ਸੀ, ਅੱਜ ਉਹ 6-7 ਕੇਸਾਂ ਦੇ ਵਿੱਚ ਅਕਿਊਜ਼ਡ ਬਣਿਆ ਖੜਾ ਹੈ, ਔਰ ਅਜੇ ਵੀ ਸਾਨੂੰ ਇਨਸਾਫ ਨਹੀਂ ਮਿਲੂਗਾ। ਨਹੀਂ, ਉਸ ਦਾ ਮੈਨੂੰ ਇਸ ਕਰਕੇ ਲੱਗਦਾ ਸਰ, ਕਿਉਂਕਿ 23 ਔਰ 9 32 ਸਾਲ ਸਰ ਬਹੁਤ ਵੱਡੀ ਫਿਗਰ ਹੋ ਜਾਂਦੀ। 32 ਸਾਲ 'ਚ ਤਾਂ ਸਰ ਬੜਾ ਕੁਛ ਚੇਂਜ ਹੋ ਜਾਂਦਾ ਵੀ। 32 ਸਾਲ ਬਾਅਦ ਵੀ ਇਹ ਜਿਹੜਾ ਕੇਸ ਹੈ ਹਾਲੇ ਕੋਰਟ ਦੀ ਦਹਲੀਜ਼ ਤੇ ਪਹੁੰਚਿਆ। ਹਾਲੇ ਤਾਂ ਇਸ ਦੀ ਪ੍ਰੋਸੀਡਿੰਗ ਸਰ ਸ਼ੁਰੂ ਵੀ ਨਹੀਂ ਹੋਈ, ਹਾਲੇ ਗਵਾਹੀਆਂ ਨਹੀਂ ਹੋਈਆਂ, ਕੁਝ ਵੀ ਨਹੀਂ ਹੋਇਆ। ਹਾਲੇ ਤਾਂ ਅੱਜ ਮੇਰੇ ਹਿਸਾਬ ਨਾਲ ਸਿਰਫ ਚਲਾਨ ਦੀ ਕਾਪੀ ਜਿਹੜੀ ਆ ਉਹ ਸਪਲਾਈ ਕੀਤੀ ਗਈ ਹੈ। ਹਾਲੇ ਤਾਂ ਇਸ ਤੋਂ ਬਾਅਦ ਪ੍ਰੋਸੀਡਿੰਗ ਜਿਹੜੀ ਹੈ ਸ਼ਾਇਦ ਸ਼ੁਰੂ ਹੋਏਗੀ, ਔਰ ਉਸ ਤੋਂ ਬਾਅਦ ਹੋ ਸਕਦਾ ਪ੍ਰੋਸੀਡਿੰਗ ਨੂੰ ਪਤਾ ਨਹੀਂ ਕਿੰਨੀ ਵਾਰੀ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਜਾਏਗਾ, ਕਿਉਂਕਿ ਆਏ ਵਾਰੀ ਸਿਰਫ ਮੈਨੂੰ ਇਹ ਲੱਗਦਾ ਸ਼ਾਇਦ ਇਹ ਡਿਲੇ ਪ੍ਰੈਕਟਿਸ ਹੈ। ਬਿਲਕੁਲ ਠੀਕ ਗੱਲ ਹੈ, ਕੋਈ ਡਾਊਟ ਨਹੀਂ ਹੈ ਕਿ ਡਿਲੇ ਕਰਨ ਦੀ ਉਹਦੀ ਟੈਕਟਿਕਸ ਉਹਨੇ ਯੂਜ਼ ਕਰਨੀ ਹੈ। ਹਰ ਤਰ੍ਹਾਂ ਦਾ ਅਗਲੇ ਨੇ ਐਫਰਟ ਕਰਨੀ ਹੈ ਕਿ ਉਹ ਸਿਸਟਮ ਨੂੰ ਮੈਨੂਪੂਲੇਟ ਕਰੇ, ਕੋਰਟ ਨੂੰ ਮਿਸਲੀਡ ਸੈਣੀ ਸ਼ੁਰੂ ਤੋਂ ਕਰਦਾ ਹੈ, ਕਿਉਂਕਿ ਐਵੀਡੈਂਸ ਜਿਹੜੀ ਫੈਬਰੀਕੇਟ ਕੀਤੀ ਹੈ ਇਸ ਕੇਸ ਦੇ ਵਿੱਚ ਜੀ। ਸੋ ਉਸ ਚੀਜ਼ ਨੂੰ, ਉਹ ਐਵੀਡੈਂਸ ਫੈਬਰੀਕੇਟ ਕਰਕੇ ਉਹਨੇ ਮੁਲਤਾਨੀ ਨੂੰ ਕਿਵੇਂ ਡਿਕਲੇਅਰ ਕਰਵਾਇਆ ਇੱਕ ਟੈਰਰਿਸਟ, ਕੋਰਟ ਨੂੰ ਮਿਸਲੀਡ ਕਰਕੇ ਜੀ। ਉਹੋ ਜਿਹੀਆਂ ਚੀਜ਼ਾਂ ਉਹ ਸ਼ੁਰੂ ਤੋਂ ਕਰਦਾ ਆਇਆ ਜੀ।
ਸੋ ਅੱਜ ਜਿੱਥੇ ਉਹਨੇ ਇੱਕ ਰਿਟਾਇਰਮੈਂਟ ਇੰਜੋਏ ਕਰਨੀ ਸੀ, ਅੱਜ ਉਹ ਰਿਟਾਇਰਮੈਂਟ ਇੰਜੋਏ ਕਰਨ ਦੀ ਜਗ੍ਹਾ ਅੱਜ ਧੱਕੇ ਖਾਣ ਦੀ ਉਹਦੀ ਸਟੇਜ ਆ ਰਹੀ ਹੈ। ਜੀ ਸਾਡੇ ਲਈ ਇਹ ਇੱਕ ਸ਼ੁਰੂਆਤ ਹੈ ਜੀ ਪਾਪ ਦੇ ਅੰਤ ਦੀ। ਜੇ ਤੁਸੀਂ ਅੱਜ ਇਸ ਚੀਜ਼ ਨੂੰ ਇਹ ਕਹਿੰਦੇ ਹੋ ਕਿ ਸ਼ੁਰੂਆਤ ਹੋਈ ਤੇ ਕਿੰਨਾ ਟਾਈਮ ਲੱਗੂਗਾ, ਮੈਂ ਇਹੀ ਸੋਚਦਾ ਕਿ ਇਹੋ ਜਿਹੇ ਕੇਸਿਸ ਬੜੀ ਛੇਤੀ ਐਕਸ਼ਨ ਪਲਾਨ ਕੇਸਿਸ 'ਚ ਆ ਜਾਂਦੇ ਆ, ਓਕੇ ਔਰ ਉਹਦੇ ਵਿੱਚ ਫਿਰ ਗਵਾਹੀਆਂ ਵੀ ਛੇਤੀ ਹੋ ਜਾਂਦੀਆਂ, ਔਰ ਕੋਰਟਸ ਜਿਹੜੀਆਂ ਹੈਗੀਆਂ, ਦੇਖੋ ਕਿਤੇ ਨਾ ਕਿਤੇ ਜੱਜ ਵੀ ਇਨਸਾਨ ਹੈ। ਜਦੋਂ ਜੱਜ ਵੀ ਆ ਦੇਖਦਾ ਕਿ ਇੰਨੇ ਸਾਲ ਹੋ ਗਏ ਜੀ ਤੇ ਟਰਾਇਲ ਕਿਉਂ ਐਕਸਪੀਡਾਈਟ ਨਹੀਂ ਹੁੰਦੀਆਂ? ਜ਼ਰੂਰ ਹੋ ਜਾਂਦੀਆਂ। ਜੀ ਉਹ ਤਾਂ ਸਾਡੇ ਤੇ ਡਿਪੈਂਡ ਕਰਦਾ, ਅਸੀਂ ਅਰਜ਼ੀ ਲਾਈਏ ਨਾ ਲਾਈਏ, ਉਹਨਾਂ ਚੀਜ਼ਾਂ ਤੇ ਡਿਪੈਂਡ ਕਰਦਾ, ਅਸੀਂ ਕੰਟੈਸਟ ਕਰੀਏ। ਸੈਣੀ ਨੇ ਤਾਂ ਡਿਲੇ ਕਰਨਾ ਹੀ, ਉਹ ਤਾਂ ਸੈਣੀ ਦੀ ਆਦਤ ਹੈ। ਦੋ ਹੀ ਸੈਣੀ ਦੀ ਚੀਜ਼ਾਂ ਹੈ। ਪਹਿਲੀ ਗੱਲ, ਉਹਨੇ ਹਰ ਗਲਤ ਕੰਮ ਕਰਕੇ ਦੂਜੇ ਤੇ ਸਵਾਲ ਚੁੱਕਣਾ। ਜਦੋਂ ਆਪ ਸਵਾਲ ਉਹਦੇ ਤੇ ਚੁੱਕਿਆ ਜਾਣਾ, ਫਿਰ ਉਹਨੇ ਕਹਿਣਾ ਜੀ ਪੋਲੀਟੀਕਲ ਵੈਂਡੇਟਾ, ਮੈਂ ਤਾਂ ਬੜਾ ਅਪਰਾਈਟ ਹਾਂ। ਇਹ ਉਹਦਾ ਟਿਪੀਕਲ ਤਰੀਕਾ ਹੈ, ਉਹ ਕਰੀ ਜਾਵੇ। ਜੀ ਜੀ ਉਹਨੂੰ ਦੇਖ ਕੇ ਨਾ ਤਾਂ ਮੈਂ ਕਦੇ ਉਸ ਚੀਜ਼ ਤੇ ਸੋਚਿਆ ਕਿ ਸੈਣੀ ਸਿਸਟਮ ਨਾਲ ਖੇਡਣਾ ਜਾਣਦਾ, ਸੋ ਇਸ ਕਰਕੇ ਉਹ ਸਿਸਟਮ ਤੋਂ ਵੱਡਾ ਹੋ ਗਿਆ ਜਾਂ ਉਹਨੂੰ ਹੱਥ ਨਹੀਂ ਪੈ ਸਕਦਾ। ਮੈਨੂੰ ਤਾਂ ਇੰਨਾ ਪਤਾ ਹੈ, ਅਖੀਰ ਦੇ ਵਿੱਚ ਜਿੱਤ ਸੱਚਾਈ ਦੀ ਹੋਣੀ ਹੈ। ਲੋਕਾਂ ਦੀਆਂ ਦੁਆਵਾਂ ਅਰਦਾਸਾਂ ਕਦੇ ਬੇਕਾਰ ਨਹੀਂ ਜਾਣੀਆਂ, ਉਹਨਾਂ ਦਾ ਰਿਜ਼ਲਟ ਮਿਲਣਾ ਹੀ ਮਿਲਣਾ। ਭੱਜ ਲਵੇ ਸੈਣੀ ਜਿੱਥੇ ਤੱਕ ਭੱਜਣਾ, ਮੈਨੂੰ ਕੋਈ ਚਿੰਤਾ ਨਹੀਂ। ਨਾ ਉਹ ਬਚ ਸਕੂਗਾ, ਰੱਬ ਦੀ ਲਾਠੀ ਉਹਦੇ ਵੱਜਣੀ ਹੈ। ਸਰ ਮੈਨੂੰ ਵੀ ਕੁਝ ਯਾਦ ਆਉਂਦਾ ਹੈ, ਮੈਂ ਤੁਹਾਨੂੰ ਦੱਸਦਾ। ਮੇਰੇ ਕੰਟੈਕਟ 'ਚ ਕੁਝ ਯਾਰ ਦੋਸਤ ਸੀਗੇ ਟਾਈਮ ਦੇ, ਕਾਲਜ ਟਾਈਮ ਦੇ ਜਾਂ ਸਕੂਲ ਟਾਈਮ ਦੇ। ਉਹ ਜਿਸ ਟਾਈਮ ਸੈਣੀ ਸਾਹਿਬ ਡੀਜੀਪੀ ਬਣੇ ਤਾਂ ਉਹ ਪੂਰਾ ਪੰਜਾਬ ਛੱਡ ਕੇ ਫੋਰਨ ਚਲੇ ਗਏ ਸੀ, ਔਰ ਉਹ ਉਸ ਟਾਈਮ ਆਏ ਜਿਸ ਟਾਈਮ ਪਾਵਰ ਤੋਂ ਹਟ ਗਏ। ਫਿਰ ਉਹ ਉਹਨਾਂ ਨੇ ਇੱਧਰ ਮੂੰਹ ਕੀਤਾ ਸੀਗਾ। ਉਹ ਕਹਿੰਦੇ ਨਹੀਂ ਯਾਰ, ਜਿੰਨਾ ਚਿਰ ਇਹ ਹੈਗੇ ਆ ਪਤਾ ਨਹੀਂ ਕੀ ਹੋਣਾ। ਦਹਿਸ਼ਤ ਦਾ ਇੱਕ ਮਾਹੌਲ ਤਾਂ ਉਸ ਟਾਈਮ ਸੀਗਾ। ਸਰ ਦਹਿਸ਼ਤ ਤੇ ਹੀ ਉਹ ਸਰਵਾਈਵ ਕੀਤਾ ਹੈ, ਔਰ ਉਹੀ ਮਾਹੌਲ ਟੁੱਟ ਗਿਆ। ਦੇਖੋ ਮੈਂ ਇੱਕੋ ਹੀ ਗੱਲ ਐਗਜ਼ਾਮਪਲ ਇਸ ਤੋਂ ਸੋਹਣੀ ਕੀ ਦੇ ਸਕਦਾ ਕਿ ਜਿਹੜੇ ਲੋਕਾਂ ਨੇ ਡੀਜੀ ਬਣਾਇਆ, ਜਿਹੜੀ ਸਰਕਾਰ ਨੇ ਡੀਜੀ ਬਣਾਇਆ, ਉਹ ਸਰਕਾਰ ਨੂੰ ਅੱਜ ਸਭ ਤੋਂ ਵੱਡੀ ਐਮਬੈਰਸਮੈਂਟ ਇਹਦੇ ਕਰਕੇ ਹੋ ਰਹੀ ਹੈ। ਤੁਸੀਂ ਕਿਤੇ ਵੀ ਦੇਖੋ, ਬਿਲਕੁਲ ਬਿਲਕੁਲ ਅੱਜ ਸੈਣੀ ਦੀ ਉਹ ਹਰਕਤ ਅੱਜ ਉਸੇ ਸਰਕਾਰ ਨੂੰ ਭੁਗਤਣੀ ਪੈ ਰਹੀ ਹੈ। ਬਿਲਕੁਲ ਪ੍ਰੈਕਟੀਕਲੀ ਜੇ ਤੁਸੀਂ ਪੰਜਾਬ ਦੇ ਵਿੱਚ ਦੇਖੋ ਤੇ ਇੱਕ ਵਾਰੀ ਅਕਾਲੀਜ਼ ਹੁੰਦੇ ਸੀ, ਇੱਕ ਵਾਰੀ ਕਾਂਗਰਸ ਹੁੰਦੀ ਸੀ, ਠੀਕ ਹੈ। ਅੱਜ 2 ਟੈਨਿਊਰਸ ਦੇ ਵਿੱਚ ਜੇ ਅਕਾਲੀ ਕਹਿੰਦੇ ਅਸੀਂ 2 ਟੈਨਿਊਰਸ ਰਿਪੀਟ ਕਰਕੇ ਤੇ 2 ਟੈਨਿਊਰਸ ਬਾਹਰ ਵੀ ਹੋ ਗਏ। ਅੱਜ ਉਹਨਾਂ ਦੀ ਉਹ ਹਾਲਤ ਹੈ। ਇਸ ਵਾਰੀ ਬਾਈ ਇਲੈਕਸ਼ਨ ਵੀ ਨਹੀਂ ਲੜ ਰਹੇ, ਮਤਲਬ ਹਾਲਾਤ ਇੰਨੇ ਖਰਾਬ ਹੋਏ ਪਏ ਆ। ਇਲੈਕਸ਼ਨ ਵੀ ਛੱਡੋ, ਇੱਕ ਕਦਮ ਅੱਗੇ ਆਓ। ਮੈਨੂੰ ਕਈਆਂ ਨੇ ਸਵਾਲ ਪੁੱਛਿਆ ਕਿ ਜੀ ਸੁਖਬੀਰ ਬਾਦਲ ਜੀ ਨੇ ਮਾਫੀ ਮੰਗੀ, ਤੁਹਾਡਾ ਕੀ ਕਹਿਣਾ? ਮੈਂ ਕਿਹਾ ਜੀ ਮੈਨੂੰ ਕੀ ਪਤਾ ਕਾਹਦੇ ਲਈ ਮਾਫੀ ਮੰਗੀ। ਸੁਮੇਧ ਸੈਣੀ ਨੇ ਕੀ ਕੀਤਾ ਹੈ ਜਿਸ ਕਰਕੇ ਉਹਨਾਂ ਨੇ ਮਾਫੀ ਮੰਗੀ, ਉਹਨਾਂ ਨੂੰ ਪੁੱਛੋ। ਜੀ ਜੀ ਜੀ। ਸੋ ਅੱਜ ਸੁਮੇਧ ਸੈਣੀ ਨੇ ਆਪਦੇ ਹੀ ਉਸ ਵੇਲੇ ਦੇ ਡਿਪਟੀ ਸੀਐਮ ਤੋਂ ਮਾਫੀ ਮੰਗਵਾਤੀ ਇਹਨੂੰ ਡੀਜੀ ਲਾਉਣ ਲਈ। ਇਸ ਤੋਂ ਵੱਡਾ ਰੱਬ ਦਾ ਇਨਸਾਫ ਕੀ ਹੋਣਾ ਹੈ? ਅੱਛਾ ਸਰ, ਅੱਜ ਡਿਸਟ੍ਰਿਕਟ ਕੋਰਟ ਵਿੱਚ ਚਲਾਨ ਦੀ ਕਾਪੀ ਜਿਹੜੀ ਆ ਅਕਿਊਜ਼ ਨੂੰ ਸਪਲਾਈ ਕੀਤੀ ਗਈ, ਸੁਮੇਧ ਸਿੰਘ ਸੈਣੀ ਸਾਹਿਬ ਨੂੰ ਅਪਲਾਈ। ਔਰ ਇਸ ਤੋਂ ਇਲਾਵਾ ਮੇਰੇ ਖਿਆਲ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਜਿਹੜੇ ਸਾਬਕਾ ਡੀਐਸਪੀ ਹੈ KIP ਸਿੰਘ, ਉਹਨਾਂ ਨੂੰ ਵੀ ਸ਼ਾਇਦ ਚਲਾਨ ਦੀ ਕਾਪੀ ਅੱਜ ਸਪਲਾਈ ਕੀਤੀ ਗਈ। ਹਾਂਜੀ, ਇਹ ਦੋ ਹੀ ਅਕਿਊਜ਼ ਨੇ ਇਸ ਕੇਸ ਦੇ ਵਿੱਚ। ਸੋ ਦੋਵਾਂ ਨੂੰ ਅੱਜ ਕਾਪੀ ਸਪਲਾਈ ਕਰਤੀ। ਇਹਨਾਂ ਨੇ ਸਕਰੂਟਨੀ ਲਈ ਟਾਈਮ ਮੰਗਿਆ ਸੀ, ਸੋ ਜਿਹਦੇ ਲਈ ਹੁਣ ਡੇਟ 26/11 ਪਈ ਹੈ ਔਰ ਕਮਿਟ ਹੋਣ ਲਈ ਪਈ ਹੈ। ਇਹ ਕੇਸ ਬੇਸਿਕਲੀ ਲਰਨਡ JMIC ਦੀ ਕੋਰਟ ਦੇ ਵਿੱਚ ਚੱਲ ਰਿਹਾ। ਚਲਾਨ ਸਪਲਾਈ ਕਰਕੇ ਉਹਨਾਂ ਨੇ ਅੱਗੇ ਕਮਿਟ ਕਰਨਾ ਹੁੰਦਾ ਹੈ ADJ ਦੀ ਕੋਰਟ ਦੇ ਵਿੱਚ। ਸੈਸ਼ਨਸ ਟ੍ਰਾਈਬਲ ਕੇਸ ਉਹ ਸੈਸ਼ਨਸ ਕੋਰਟ ਨੂੰ ਕਮਿਟ ਕਰਨਾ ਹੈ। ਸੋ ਉਹਦੇ ਲਈ ਹੁਣ 26/11 ਪਈ ਹੈ। ਅੱਛਾ ਸਰ, ਅੱਜ ਇਸ ਦਾ ਮਤਲਬ ਸੁਮੇਧ ਸਿੰਘ ਸੈਣੀ ਔਰ KIP ਸਿੰਘ, ਕਿਉਂਕਿ ਚਲਾਨ ਦੀ ਕਾਪੀ ਦਿੱਤੀ ਗਈ ਹੈ ਤਾਂ ਫਿਰ ਦੋਨੇ ਕੋਰਟ ਵਿੱਚ ਅੱਜ ਪੇਸ਼ ਹੋਏ ਹੋਣਗੇ? ਨਹੀਂ, ਸੁਮੇਧ ਸੈਣੀ ਨੂੰ ਤਾਂ ਹਾਈ ਕੋਰਟ, ਆਨਰੇਬਲ ਹਾਈ ਕੋਰਟ ਦੇ ਵਿੱਚ ਇਹਨੇ ਐਗਜ਼ੈਂਪਸ਼ਨ ਮੰਗੀ ਸੀ ਜੀ, ਇਸੇ ਗਰਾਊਂਡ ਤੇ ਕਿ ਮੈਂ ਥੱਲੇ ਕੋਈ ਵੀ ਪ੍ਰੋਸੀਡਿੰਗ ਜਿਹੜੀ ਚੱਲੂਗੀ ਉਹਨੂੰ ਕੁਐਸਚਨ ਨਹੀਂ ਕਰਾਂਗਾ, ਉਹਦੇ ਤੇ ਆਬਜੈਕਸ਼ਨ ਨਹੀਂ ਰੇਜ਼ ਕਰਾਂਗਾ ਕਿ ਮੇਰੀ ਐਬਸੈਂਸ ਦੇ ਵਿੱਚ ਹੋਈ ਹੈ, ਪਰ ਮੈਨੂੰ ਐਗਜ਼ੈਂਪਸ਼ਨ ਦੇ ਦਿੱਤੀ ਜਾਵੇ ਜੀ। ਸੋ ਉਸ ਕੰਡੀਸ਼ਨ ਤੇ ਇਹਨੂੰ ਐਗਜ਼ੈਂਪਸ਼ਨ ਮਿਲੀ ਸੀ। ਤੇ ਦੂਸਰਾ ਜਿਹੜੇ ਅਕਿਊਜ਼ਡ ਹੈ ਸਾਬਕਾ DSP ਚੰਡੀਗੜ੍ਹ ਪੁਲਿਸ KIP ਸਿੰਘ, ਜਿਹੜੇ ਕਿ ਉਸ ਸਮੇਂ SHO ਸੀਗੇ ਜਿਸ ਟਾਈਮ ਸੈਕਟਰ 17 ਦੇ ਥਾਣੇ ਵਿੱਚ ਇਹ ਮਰਡਰ ਹੋਇਆ। ਹਾਂਜੀ, ਉਹ ਮੌਜੂਦ ਸੀ, ਉਹ ਕਾਪੀ ਸਪਲਾਈ ਹੋਈ ਹੈ ਉਹਨਾਂ ਨੂੰ ਬਕਾਇਦਾ। ਠੀਕ, ਮੈਂ ਉਹ ਅਗਲੀ ਗਵਾਹ ਤੇ ਵੀ ਆਣਗੇ ਔਰ ਹੋ ਸਕਦਾ ਸੁਮੇਧ ਸਿੰਘ ਸੈਣੀ ਅਗਲੀ ਜਿਹੜੀ ਪੇਸ਼ੀ ਹੈ ਉਸ ਤੇ ਨਾ। ਮੇਰੇ ਕੋਲ 2 ਰਸਤੇ ਹੈ, ਜਾਂ ਤਾਂ ਮੈਂ ਉਹਦੀ ਐਗਜ਼ੈਂਪਸ਼ਨ ਤੇ ਲੜੀ ਜਾਵਾਂ ਕਿ ਉਹਨੂੰ ਬੁਲਾਓ ਨਾ ਬੁਲਾਓ, ਆ ਕਰੋ। ਕੱਲ ਨੂੰ ਸਪੋਜ਼ ਕਰੋ ਜੀ ਮੈਂ ਸੈਣੀ ਨੂੰ ਕਹਿਣਾ ਹਰ ਤਰੀਕ ਤੇ ਬੁਲਾ ਲਓ, ਸੈਣੀ ਮੈਡੀਕਲ ਦੇਣਾ ਸ਼ੁਰੂ ਕਰ ਦਿੰਦਾ ਹੈ। ਜੀ ਜੀ ਬਿਲਕੁਲ ਬਿਲਕੁਲ। ਉਹ ਉਸ ਤੋਂ ਬਾਅਦ ਇੱਕ ਡਿਲੇ ਦੀ ਗਰਾਊਂਡ ਨਹੀਂ ਦੇਤੀ। ਮੈਂ ਤਾਂ ਕਹਿਣਾ ਆ ਜੇ, ਨਹੀਂ ਆਉਣਾ ਕੋਈ ਗੱਲ ਨਹੀਂ, ਥਰੂ ਕਾਉਂਸਲ ਚੱਲਣ ਦਿਓ, ਪ੍ਰੋਸੀਡਿੰਗ ਤਾਂ ਚੱਲੇ। ਬਿਲਕੁਲ ਬਿਲਕੁਲ, ਕਿਤੇ ਲੌਜੀਕਲੀ ਐਂਡ ਤਾਂ ਹੋਵੇ ਇਸ ਗੱਲ ਲੈ ਕੇ ਜਾਈਏ। ਬਿਲਕੁਲ, ਔਰ ਜੇ ਉਸ ਤੋਂ ਬਾਅਦ ਉਹਨੂੰ ਮਿਸਯੂਜ਼ ਕਰਦਾ ਹੈ ਫਿਰ ਐਗਜ਼ੈਂਪਸ਼ਨ ਕੈਂਸਲ ਕਰਾਈਏ। ਮੈਂ ਤਾਂ ਚੀਜ਼ ਅੱਗੇ ਵਧਾਉਣ ਦੇ ਹੱਕ 'ਚ ਹਾਂ। ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਹੁਣ ਅਸੀਂ
ਕੰਕਲੂਜਨ ਤੇ ਲੈ ਕੇ ਜਾਈਏ, ਰੱਬ ਇੱਥੇ ਤੱਕ ਲੈ ਕੇ ਆਏ, ਅੱਗੇ ਵੀ ਲੈ ਕੇ ਜਾਣਗੇ, ਆਈ ਐਮ ਵੈਰੀ ਸ਼ੋਰ ਆਫ ਇਟ। ਥੈਂਕ ਯੂ ਜੀ ਸ਼ੁਕਰੀਆ। ਇਹ ਸੀ ਪ੍ਰਦੀਪ ਵਿਰਕ ਜੀ, ਜਿਹੜੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹੈ, ਔਰ ਉਹਨਾਂ ਦਾ ਮੰਨਣਾ ਹੈਗਾ ਕਿ ਜਿਹੜੀ ਹੈ ਇਸ ਕੇਸ ਦੀ, ਹਾਲਾਂਕਿ 32-33 ਸਾਲ ਹੋ ਗਏ ਇਸ ਕੇਸ ਨੂੰ, ਉਹਨਾਂ ਨੂੰ ਲੱਗਦਾ ਹੈ ਪ੍ਰੋਸੀਡਿੰਗ ਜਿਹੜੀ ਆ ਸ਼ੁਰੂ ਵੀ ਹੋ ਗਈ ਆ ਔਰ ਇਹ ਬਹੁਤ ਜਲਦੀ ਕਿਸੇ ਕੰਕਲੂਜਨ ਤੇ ਵੀ ਜ਼ਰੂਰ ਪਹੁੰਚੇਗੀ। ਔਰ ਤੁਹਾਨੂੰ ਦੱਸ ਦਈਏ, ਅੱਜ ਇਸ ਕੇਸ ਵਿੱਚ 2 ਅਕਿਊਜ਼ਡ ਨੇ, ਸਾਬਕਾ ਡੀਐਸਪੀ ਚੰਡੀਗੜ੍ਹ ਪੁਲਿਸ KIP ਸਿੰਘ ਅਤੇ ਸਾਬਕਾ DGP ਪੰਜਾਬ ਪੁਲਿਸ ਸਮੇਤ ਸਿੰਘ ਸੈਣੀ। ਸਮੇਤ ਸਿੰਘ ਸੈਣੀ ਇਸ ਕਰਕੇ ਅਕਿਊਜ਼ਡ ਨੇ ਕਿਉਂਕਿ KIP ਉਸ ਸਮੇਂ ਚੰਡੀਗੜ੍ਹ ਸੈਕਟਰ 17 ਥਾਣੇ ਦੇ SHO ਸੀਗੇ ਔਰ ਸਮੇਤ ਸਿੰਘ ਸੈਣੀ ਉਸ ਸਮੇਂ ਚੰਡੀਗੜ੍ਹ ਪੁਲਿਸ ਦੇ SSP ਸੀਗੇ, ਔਰ ਦੋਨੋਂ ਇਸ ਮਾਮਲੇ ਵਿੱਚ ਅਕਿਊਜ਼ਡ ਹੈਗੇ ਨੇ। ਔਰ ਦੋਨਾਂ ਨੂੰ ਅੱਜ ਜਿਹੜੀ ਬਲਵੰਤ ਸਿੰਘ ਮੁਲਤਾਨੀ ਮਰਡਰ ਕੇਸ ਦੀ ਜਿਹੜੀ ਫਾਈਲ ਹੈ, ਉਹ ਜਾਂ ਚਲਾਨ ਦੀ ਜਿਹੜੀ ਕਾਪੀ ਆ, ਉਹ ਇਹਨਾਂ ਨੂੰ ਅੱਜ ਦੇ ਦਿੱਤੀ ਗਈ ਆ। ਔਰ ਇਸ ਤੋਂ ਬਾਅਦ ਹੁਣ ਕੋਰਟ ਦੀ ਜਿਹੜੀ ਰੈਗੂਲਰ ਪ੍ਰੋਸੀਡਿੰਗ ਆ ਉਹ ਸ਼ੁਰੂ ਹੋ ਜਾਏਗੀ, ਜਿਸ ਕਰਕੇ ਲੱਗਦਾ ਹੈ ਕਿ ਇਹ ਮਾਮਲਾ ਜਲਦ ਹੀ ਕਿਸੇ ਨਾ ਕਿਸੇ ਕੰਕਲੂਜਨ ਤੇ ਜ਼ਰੂਰ ਪਹੁੰਚੇਗਾ। मैं दिनेश गोयल, कैमरामैन दीपक दे नाल दैनिक सवेरा टीवी लिए चंडीगढ़ तो। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।